ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਾਝੇ ਮਹਿ ਗੁਰ ਕੀ ਸੁਧ ਸੁਣੀ, ਜਤਾ ਜੰਗ ਭੇ ਸੈਨਾ ਹਨੀ। ਮਾਝੇ ਮਹਿ ਗੁਰ ਕੀ ਸੁਧ ਸੁਣੀ, ਜਤਾ ਜੰਗ ਭੇ ਸੈਨਾ ਹਨੀ। ਸਤਨਾਮ ਸਿਰੇ ਵਾਹਿਗੁਰੂ ਜੀ। ਜੈਸੇ ਜਲ ਤੋਏ ਬਿਨ ਅੰਬਰ ਮਲਿਨ ਹੋਤ, ਬਿਨ ਤੇਲ ਮਿਲੇ ਜੈਸੇ ਕੇ ਸੋਂ ਪਿਆਨ ਹੈ। जैसे बिन मांझे दर्पण ज्योतहीन होत, बरखा विहोन जैसे खेत में न थान है। जैसे बिन दीपक पावन अंधकार होत, लोन कृत बिना जैसे भोजन समान है। तैसे बिन साध संगत जन्म मरण दुख, मिटत ना ब्रह्म पै बिन गुर ज्ञान है। एक ओंकार सतगुरु ते प्रसाद सच होई, भोए गुरु जी की फतेह विघ्न विनाशन सोई। भोए गुरु जी की फतेह विघ्न विनाशन सोई। वाहेगुरु जी का खालसा वाहेगुरु जी की फतेह। परम सत्कार जोग गुरु रूप खालसा साध संगत जी, जितने भी माई पाई नेमी प्रेमी दूरों नेड़े चल करके महापुरखां दे पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरनां 'च हाज़री लवाउण वास्ते अपणियां चित विरतियां बाहरों कागर करन दी खिचल करो। भगत वशल पतत पावन दीना बंधु तिन्ने लोगां दे मालिक सांझे रहवर निरंकारी जोत श्री गुरु गोबिंद सिंह जी महाराज की पावन कथा चल रही है। पिछले प्रकरण दे विच असीं ये विचार सरवण कीती, जिस बात महाराज दे कोल ये खबर आ करके गुर सिख ने दसी भी जड़ा है सरहंद का सूबा वजीर खान, उन्हें बहुत सारी जड़ी सेना आप जी दी नूं गिरफ्तार करन दे लई भेज दिती है। एक दो दिनों के अंदर उन्होंने आप जी के पास ही पहुँच जाना है। सुन करके दशमेश पिता कह लगे भी जा कर के चौधरी कपूरे नूं कहो साडे वालों अपने जेड़े नौकर जो भी जंगल के इलाके दे भेतियां जिन्हों मरखे वगैरह कह देंदे सन, 2-4 अपने नौकर भेज जो सानू अगे तो अगे ये जंगल का जेड़ा रास्ता दस सकन। सुन करके चौधरी कपूरे ने अपना एक खाना नाम का नौकर 2-4 होर घोड़ सवार तैयार किए। समझाया भी सतगुरु जी ने तो जिहड़ी है खिदराने की ढाब उहदे वल लै करके जाना। उत्थे पानी की बड़ी सहूलत है। जदों सतगुरु जी ने किते जंग वगैरह कर भी लिया, तुरका मुगलों पठाणा नूं आले दुआले किते भी पानी नहीं लभना। जदों खाना
ਸਤਿਗੁਰੂ ਜੀ ਨੂੰ ਲੈ ਕਰਕੇ ਖੈਦਰਾਣੇ ਦੀ ਟਾਪ ਦੇ ਵੱਲ ਚੱਲ ਪਿਆ ਸੀ। ਰਾਹ ਦੇ ਵਿੱਚ ਇੱਕ ਜ਼ਿਮੀਂਦਾਰ ਕਰੀਰਾਂ ਔਰ ਪੀਲੂਆਂ ਦੇ ਦਰਖਤਾਂ 'ਚੋਂ ਬਹੁਤ ਸਾਰੇ ਡੇਲੇ ਤੋੜ ਰਿਹਾ ਸੀ। ਸਤਿਗੁਰੂ ਜੀ ਪੁੱਛਣ ਲੱਗੇ ਵੀ ਤੂੰ ਕੀ ਤੋੜ ਰਿਹਾ ਹੈ? ਕਹਿਣ ਲੱਗਿਆ ਮਹਾਰਾਜ ਇੱਥੇ ਡੇਲੇ ਹੀ ਨੇ, ਇਹਦੇ ਨਾਲ ਸਾਡੇ ਬਾਲ ਬੱਚੇ ਦਾ ਗੁਜ਼ਾਰਾ ਚੱਲਦਾ ਹੈ। ਆਪਣੀ ਮੌਤ ਦੇ ਵਿੱਚ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ। ਇੱਕ ਡੇਲਾ ਜਦੋਂ ਲੈ ਕਰਕੇ ਸਤਿਗੁਰੂ ਜੀ ਨੇ ਛਕਿਆ, ਦੇ ਲਿਆ ਵੀ ਤਾਂ ਬੜਾ ਕੌੜਾ ਖੱਟਾ ਜਿਹਾ। ਸਤਿਗੁਰੂ ਜੀ ਕਹਿਣ ਲੱਗੇ ਤੇਰੇ ਕੰਮ ਤਾਂ ਹੋਣੇ ਨਹੀਂ, ਡੋਲ ਦੇਣਾ ਡੇਲਿਆਂ ਨੂੰ ਜੋ ਵੀ ਤਾਂ ਤੋੜ ਕਰਕੇ ਆਪਣੀ ਝੋਲੀ ਦੇ ਵਿੱਚ ਪਾਏ ਹੋਏ ਹਨ। ਉਹਨੇ 3 ਹਿੱਸੇ ਤਾਂ ਥੱਲੇ ਸੁੱਟ ਦਿੱਤੇ, ਬਾਕੀ ਉਸੇ ਤਰ੍ਹਾਂ ਆਪਣੇ ਬਸਤਰ ਦੇ ਵਿੱਚ ਹੀ ਰੱਖ ਲਏ ਸੀ। ਮਹਾਰਾਜ ਕਹਿਣ ਲੱਗੇ ਵੀ ਜੇ ਕਿਤੇ ਸਾਰੇ ਹੀ ਡੇਲੇ ਧਰਤੀ ਦੇ ਉੱਪਰ ਸੁੱਟ ਦਿੰਦਾ, ਹੁਣੇ ਹੀ ਇਸ ਧਰਤੀ 'ਚੋਂ ਬੜੇ ਅਨਾਜ, ਬੜੀਆਂ ਫਸਲਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਣੀਆਂ ਸਨ, ਜਿੱਥੇ ਕਈ ਸਾਲ ਕਾਲ ਪੈਂਦੇ ਰਹਿੰਦੇ ਹਨ। ਚਲੋ ਕੋਈ ਗੱਲ ਨਹੀਂ, ਸਮਾਂ ਪਾ ਕੇ ਇਸ ਇਲਾਕੇ 'ਚੋਂ ਬੜਾ ਜਿਹੜਾ ਅਨਾਜ ਪੈਦਾ ਹੋਇਆ ਕਰੇਗਾ। ਸਤਿਗੁਰੂ ਜੀ ਚਲਦਿਆਂ ਬੜੇ ਹੋਰ ਜੰਗਲਾਂ ਦੇ ਵਿੱਚ ਪਹੁੰਚ ਗਏ ਹਨ। ਰਾਮਿਆਣਾ ਪਿੰਡ ਦੇ ਵਿੱਚ ਜਾ ਕਰਕੇ ਸਤਿਗੁਰੂ ਜੀ ਨੇ ਆਪਣਾ ਡੇਰਾ ਲਗਾਇਆ ਸੀ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝੇ ਮਹਿ ਗੁਰ ਕੀ ਸੁਧ ਸੁਣੀ। ਉਹ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜਿਹੜੀਆਂ ਖਬਰਾਂ ਮਾਝੇ ਦੇ ਇਲਾਕੇ 'ਚ ਚਾਰੇ ਪਾਸੇ ਥਾਂ ਤੇ ਗੁਰ ਸਿੱਖਾਂ ਨੂੰ ਪਤਾ ਲੱਗ ਚੁੱਕਿਆ ਸੀ। ਜਥਾ ਜੰਗ ਭੀ ਸੈਨਾ ਹਨੀ। ਜਿਵੇਂ ਮਹਾਰਾਜ ਨੇ ਅਨੰਦਪੁਰ ਦੇ ਵਿੱਚ ਰਹਿੰਦੇ ਹੋਇਆਂ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਬਹੁਤ ਵੱਡੇ ਘਮਸਾਨ ਦੇ ਜੰਗ ਕੀਤੇ ਸਨ। ਜਥਾ ਆਨੰਦਪੁਰ ਛੋਰ ਸਿਧਾਰੀ। ਸਤਿਗੁਰੂ ਜੀ ਨੇ ਸਮਾਂ ਪਾ ਕੇ ਆਨੰਦਪੁਰੀ ਦਾ ਤਿਆਗ ਵੀ ਕਰ ਦਿੱਤਾ ਸੀ। ਸਾਹਿਬ ਜਾਦੀ ਚਾਰੋਂ ਮਾਰੀ। ਸਰਸਾ ਨਾਲੇ ਦੇ ਕਿਨਾਰੇ ਤੇ ਸਤਿਗੁਰੂ ਜੀ ਦਾ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ। 2 ਜਿਹੜੇ ਵੱਡੇ ਸਾਹਿਬਜ਼ਾਦੇ ਉਹ ਚਮਕੌਰ ਦੀ ਧਰਤੀ ਤੇ, ਛੋਟੇ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਜੰਗਲ ਦੀਸ਼ ਪਰਵਿਸ਼ੇ ਜਾਈ। ਅੱਗੇ ਤੋਂ ਅੱਗੇ ਇਹ ਖਬਰਾਂ ਸੰਗਤਾਂ ਨੂੰ ਪ੍ਰਾਪਤ ਹੋਈਆਂ ਵੀ ਇਸ ਸਮੇਂ ਤਾਂ ਫਿਰ ਸਤਿਗੁਰੂ ਜੀ ਅਨੇਕਾਂ ਹੀ ਕੌਤਕਾਂ ਨੂੰ ਨਾ ਵਰਤਾਉਂਦਿਆਂ ਹੋਇਆਂ ਇਹ ਜੰਗਲ ਦੇ ਇਲਾਕੇ ਦੇ ਵਿੱਚ ਪਹੁੰਚ ਚੁੱਕੇ ਹਨ। ਲੱਖੋਂ ਤੁਰਕਨ ਕੀ ਦਲ ਆਈ। ਜਿੱਥੇ ਭਾਵੇਂ ਆਨੰਦਪੁਰ ਨੂੰ ਜਿੱਤਣ ਦੇ ਲਈ ਲੱਖਾਂ ਦੀ ਤਾਦਾਦ ਦੇ ਵਿੱਚ ਸ਼ਾਹੀ ਫੌਜਾਂ ਵੀ ਚੜ੍ਹ ਕਰਕੇ ਆਈਆਂ ਸੀ। ਸੁਣ ਵੱਡ ਅਫਸੋਸ ਕਰੰਤੀ। ਸੁਣ ਕਰਕੇ ਗੁਰ ਸਿੱਖਾਂ ਦੇ ਮਨ ਦੇ ਵਿੱਚ ਬੜਾ ਜਿਹੜਾ ਅਫਸੋਸ ਪੈਦਾ ਹੋਣ ਲੱਗ ਪਿਆ। ਆਪਣੇ ਆਪ ਕੋ ਤੇਕੋ ਚਰੰਤੀ। ਜਿਹੜੇ ਦੁਨੀ ਚਾਹੁੰਦੇ ਆਖੇ ਲਾ ਕਰਕੇ ਜਥੇਦਾਰ ਭਾਈ ਮਾਨ ਸਿੰਘ ਦੇ ਸਮੇਤ ਉਸ ਸਮੇਂ ਦਸ਼ਮੇਸ਼ ਪਿਤਾ ਨੂੰ ਆਪਣੇ ਵੱਲੋਂ ਬੇਦਾਵਾ ਲੈ ਕਰਕੇ ਘਰਾਂ ਨੂੰ ਚਲੇ ਗਏ।
ਹੁਣ ਉਹਨਾਂ ਨੂੰ ਟਾਈਮ ਕੱਟਣਾ ਬੜਾ ਔਖਾ ਹੋ ਗਿਆ ਸੀ। ਰੋਜ਼ ਦੀ ਰੋਜ਼ ਮਾਤਾ ਭਗੋ ਜੈਸੀਆਂ ਆ ਕਰਕੇ ਬੜੇ ਮਿਹਣੇ ਮਾਰਨ ਲੱਗ ਪਈਆਂ ਸਨ। ਦੀਸ਼ ਹਮਾਰੋ ਬੇਮੁਖ ਹੋਵੈ ਕੈ, ਸਿਆਣੇ ਸਿਆਣੇ ਗੋਰਾ ਸਿੰਘ ਸੋਚਣ ਲੱਗੇ ਵੀ ਸਾਡਾ ਤਾਂ ਸਾਰਾ ਇਲਾਕਾ ਹੀ ਸਤਿਗੁਰੂ ਜੀ ਤੋਂ ਬੇਮੁਖ ਹੋ ਚੁੱਕਿਆ ਹੈ। ਦੁਨੀ ਚੰਦ ਕੀ ਸੰਗ ਮਿਲੈ ਕੈ, ਜਿਹੜੇ ਹੁਣ ਧਨੀ ਚੰਦ ਦੇ ਨਾਲ ਰਾਤੋਂ ਰਾਤ ਕਿਲੇ ਨੂੰ ਟੱਪ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਪਹੁੰਚੇ ਸੀ। ਭਾਗੀ ਸਤਿਗੁਰ ਕੋ ਤਜ ਆਈ, ਇਹ ਪਹਿਲਾਂ ਹੀ ਬਹੁਤ ਵੱਡਾ ਗੁਨਾਹ, ਬਹੁਤ ਵੱਡਾ ਅਪਰਾਧ ਕਰਕੇ ਸਾਡੇ ਇਲਾਕੇ ਦੇ ਵਿੱਚ ਪਹੁੰਚ ਚੁੱਕੇ ਹਨ। ਸ੍ਰੀ ਗੁਰ ਕੋ ਕਾਰਜ ਬਿਗਰਾਈ, ਉਹ ਸਮੇਂ ਸਤਿਗੁਰੂ ਜੀ ਤਾਂ ਭਾਵੇਂ ਥੋੜ੍ਹੇ ਜਿਹੇ ਸਿੰਘਾਂ ਦੇ ਸਮੇਤ ਤੁਰਕਾਂ ਮੁਗਲਾਂ ਪਠਾਣਾਂ ਦਾ ਬੜਾ ਮੁਕਾਬਲਾ ਕਰ ਰਹੇ ਸੀ। ਅਨੰਦਪੁਰ ਨੂੰ ਚਾਰੇ ਪਾਸਿਆਂ ਤੋਂ ਤੁਰਕਾਂ ਮੁਗਲਾਂ ਪਠਾਣਾਂ ਦੀਆਂ ਜਿਹੜੀਆਂ ਫੌਜਾਂ, ਉਹਨਾਂ ਨੇ ਬਹੁਤ ਜਿਹੜੀ ਸਖਤ ਨਾਕਾਬੰਦੀ ਕੀਤੀ ਹੋਈ। ਸੋਚਿਆ ਵੀ ਇਹ ਤਾਂ ਬਹੁਤ ਵੱਡਾ ਆਪਣਾ ਜਿਹੜਾ ਕੰਮ ਵਿਗਾੜ ਕਰਕੇ ਆਏ ਹਨ। ਭਲੀ ਭਲੀ ਸਿੱਖ ਸਭਨ ਤਿਕਾਰੇ, ਜਿਹੜੇ ਨੇ ਕੁਝ ਕੁ ਸ੍ਰੇਸ਼ਟ ਮਤ ਨੂੰ ਧਾਰਨ ਕਰਨ ਵਾਲੇ ਗੁਰਮੁਖ, ਉਹਨਾਂ ਦੇ ਮਨ ਦੇ ਵਿੱਚ ਬੜੀਆਂ ਉਹ ਜਿਹੀਆਂ ਵਿਚਾਰਾਂ ਪੈਦਾ ਹੋਣ ਲੱਗ ਪਈਆਂ ਸੀ। ਦੀਸ਼ ਬੇਮੁਖ ਭਾ ਦੋਜਕ ਡਾਰੇ, ਵੀ ਜਿਹੜਾ ਹੁਣ ਗੁਰੂ ਤੋਂ ਬੇਮੁਖ ਹੋ ਗਿਆ ਤੇ ਮਰਨ ਤੋਂ ਬਾਅਦ ਉਹਨਾਂ ਨੂੰ ਫਿਰ ਦੋਜਕਾਂ ਦੀ ਅੱਗ ਦੇ ਵਿੱਚ ਹੀ ਸੜਨਾ ਪਵੇਗਾ। ਸੁਨ ਗੈਰਤ ਸਭ ਕੇ ਮਨ ਆਈ, ਸੋਹਣਾ ਸੁਣ ਕਰਕੇ ਸਿਆਣੇ ਸਿਆਣੇ ਪ੍ਰੇਮੀਆਂ ਦੇ ਮਨ ਦੇ ਅੰਦਰ ਬੜੀ ਇੱਕ ਤਰ੍ਹਾਂ ਦੀ ਨਫ਼ਰਤ ਪੈਦਾ ਹੋਣ ਲੱਗ ਪਈ ਹੈ। ਜਾਨੀ ਆਪਣੀ ਅਦਕ ਖੋਟਾਈ, ਹੁਣ ਆਪਣੇ ਆਪ ਦੀ ਜਿਹੜੀ ਬਰਿਆਈ, ਬਹੁਤ ਵੱਡੀ ਜੋ ਖਟਿਆਈ ਜਥੇਦਾਰ ਭਾਈ ਮਹਾਂ ਸਿੰਘ ਦੇ ਨਾਲ ਦੇ ਸਾਥੀ ਕਰਕੇ ਆਏ ਸੀ, ਉਹ ਬਰਿਆਈਆਂ, ਉਹ ਖਟਿਆਈ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਉਣ ਲੱਗ ਪਈ ਹੈ। ਪਰਦੇਸ਼ ਅਸ ਕੋਈ ਨਾ ਹੋਵਾ, ਸੋਚਿਆ ਵੀ ਸਾਤੋਂ ਬਗੈਰ ਕਿਸੇ ਵੀ ਇਲਾਕੇ ਦੇ, ਕਿਸੇ ਦੇਸ਼ ਪਿੰਡ ਦੇ ਪ੍ਰੇਮੀ ਨੇ ਸਤਿਗੁਰੂ ਜੀ ਨੂੰ ਕੋਈ ਆਪਣੇ ਵੱਲੋਂ ਬੇਦਾਵਾ ਨਹੀਂ ਲੈ ਕਰ ਕਹਿ ਦਿੱਤਾ ਸੀ। ਸਿਦਕ ਜਥਾ ਮਾਝੇ ਬਹੁ ਖੋਵਾ, ਆ ਜਿਸ ਤਰ੍ਹਾਂ ਸਾਡੇ ਮਾਝੇ ਦੇ ਰਹਿਣ ਵਾਲੇ ਗੁਰ ਸਿੱਖਾਂ ਨੇ ਆਪਣਾ ਜਿਹੜਾ ਸਿਦਕ ਭਰੋਸਾ ਹੀ ਖੋ ਲਿਆ। ਚਿਤਵਤ ਚਿਤ ਚਿੰਤਾ ਬਹੁ ਗ੍ਰਾਮੋ, ਬੜੇ ਜਿਹੜੇ ਸਿਆਣੇ ਸਿਆਣੇ ਪਿੰਡਾਂ ਨਗਰਾਂ ਦੇ ਵਿੱਚ ਰਹਿਣ ਵਾਲੇ ਗੁਰਮੁਖ, ਉਹਨਾਂ ਦੇ ਮਨ ਦੇ ਵਿੱਚ ਹੁਣ ਬੜੀ ਚਿੰਤਾ, ਬੜਾ ਫਿਕਰ ਪੈਦਾ ਹੋਣ ਲੱਗ ਪਿਆ ਸੀ। ਕਿਮ ਗੁਰ ਕੋ ਸੁਧਰੈ ਸਭ ਕਾਮੋ, ਵੀ ਕਿਵੇਂ ਨਾ ਕਿਵੇਂ ਜਾ ਕਰਕੇ ਆਪਾਂ ਇਹ ਸਤਿਗੁਰੂ ਜੀ ਦੇ ਜਿਹੜੇ ਵੱਡੇ ਵੱਡੇ ਕਾਰਜ ਵੀ ਸੁਧਾਰਨੇ ਹਨ। ਪੰਚਾਇਤ ਬਹੁ ਗ੍ਰਾਮਨ ਕੀਰੀ, ਹੁਣ ਪਿੰਡਾਂ ਨਗਰਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਪੰਚਾਇਤਾਂ, ਨੰਬਰਦਾਰ, ਸਿਆਣੇ ਸਿਆਣੇ ਗੁਰ ਸਿੱਖ ਮਿਲ ਕਰਕੇ ਫਿਰ ਆਪਸ ਵਿੱਚ ਹੀ ਗੁਰਮਤਿ ਕਰਨ ਲੱਗ ਪਏ ਸਨ। ਆਪਸ ਮਹਿ ਸਕੀਲ ਤਿਸ ਬੀਰੀ, ਇਹਨਾਂ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਪਿੰਡ ਦੇ ਵਿੱਚ ਕੋਈ ਵਿਚਾਰ ਕਰਨ ਲੱਗ ਪਏ ਸੀ। ਪਠ ਪਠ ਮਾਨਬ ਇਕ ਥਲ ਆਈ, ਜਿਹੜੇ ਜਿਹੜੇ ਸਿਆਣੇ ਗੁਰ ਸਿੱਖ, ਉਹਨਾਂ ਨੇ ਇੱਕ ਇੱਕ ਜਿਹੜਾ ਸੇਵਕ ਦਾਸ ਪਿੰਡਾਂ ਨਗਰਾਂ ਦੇ ਵਿੱਚ ਭੇਜ ਕਰਕੇ ਜਿਹੜੇ ਸੀ ਪਤਵੰਤੇ, ਨੰਬਰਦਾਰ, ਪੈਂਚ, ਉਹਨਾਂ ਨੂੰ ਇੱਕ ਥਾਂ 'ਤੇ ਇਕੱਤਰ ਕਰ ਲਿਆ ਸੀ। ਮੇਲ ਭਇਓ ਸਭ ਕੋ ਇਕ ਥਾਈ, ਔਰ ਜਦੋਂ ਆਲੇ ਦੁਆਲੇ ਪਿੰਡਾਂ ਨਗਰਾਂ 'ਚੋਂ ਜਿਹੜੇ ਨੇ ਮੁਖੀ ਚਾਹੇ ਕੋਈ ਪੰਚ ਹੈ, ਸਰਪੰਚ ਹੈ, ਨੰਬਰਦਾਰ ਹੈ, ਸਾਰੀ ਇੱਕ ਪਿੰਡ ਦੇ ਵਿੱਚ ਇਕੱਠੇ ਹੋ ਗਏ ਸਨ। ਲਾਪੁਰ ਕੋ ਗਿਰਦਾ ਸਭ ਮਿਲੀ, ਲਾਹੌਰ ਸ਼ਹਿਰ ਦੇ ਆਲੇ ਦੁਆਲੇ
ਨੇੜੇ ਦੌਰ ਜੋ ਵੀ ਪਿੰਡ ਵਸਣ ਵਾਲੇ ਸੀ, ਉਹਨਾਂ 'ਚੋਂ ਬਹੁਤ ਜ਼ਿਆਦਾ ਮੁਖੀ ਜਿਹੜੇ ਸਿਆਣੇ ਪਤਵੰਤ ਸੱਜਣ ਇੱਕ ਥਾਂ 'ਤੇ ਇਕੱਠੇ ਹੋ ਗਏ ਨੇ। ਗਿਣਤੀ ਕੀ ਮਾਨਵ ਮੁਖ ਭਲੀ, ਜਿਹੜੇ ਸਾਰੇ ਪਿੰਡਾਂ ਜਾਂ ਨਗਰਾਂ ਦੇ ਵਿੱਚੋਂ ਮੁਖੀ ਮੰਨੇ ਜਾਂਦੇ ਸੀ, ਉਹਨਾਂ ਦੇ ਪਾਸ ਸੰਗਤਾਂ ਨੇ ਆਪਣੇ ਵੱਲੋਂ ਇਹ ਸੁਨੇਹੇ ਭੇਜ ਦਿੱਤੇ ਸਨ। ਕਰਤ ਸੋਚ ਚਿੰਤਾ ਮਹਿ ਗਰਕ, ਹੁਣ ਸਾਰਿਆਂ ਦੇ ਮਨ ਦੇ ਵਿੱਚ ਬੜੀ ਚਿੰਤਾ, ਬੜਾ ਫਿਕਰ ਲੱਗਿਆ ਹੋਇਆ ਸੀ ਬੇਮੁਖਤਾ ਕੋ ਫਲ ਹੋਏ ਨਰਕ। ਵੀ ਜਿਹੜਾ ਸਤਿਗੁਰੂ ਜੀ ਤੋਂ ਹੋ ਗਿਆ ਨਾ ਬੇਮੁਖ, ਉਹਦਾ ਫਲ ਕੀ ਹੈ? ਮਰਨ ਤੋਂ ਬਾਅਦ ਆਪਾਂ ਨੂੰ ਫਿਰ ਨਰਕਾਂ ਦੇ ਵਿੱਚ ਡਿੱਗਣਾ ਪੂਜੇ ਕੋ ਗੁਰਤੇ ਬੇਮੁਖ ਹੋਵੇ, ਮੇਰੇ ਸਤਿਗੁਰ ਮੁਕਤ ਨਾ ਪਾਵੇ ਮੁਕਤ ਨਾ ਹੋਰਤ ਹੈ ਕੋਈ। ਪੁੱਛੋ ਬਵੇਕੀਆਂ ਜਾਏ ਭਾਈ ਰੇ, ਗੁਰਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸ ਕੋਏ, ਵੀ ਜਿਹੜਾ ਹੋ ਗਏ ਬੇਮੁਖ, ਮਰਨ ਤੋਂ ਬਾਅਦ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਹੀ ਬੜੀਆਂ ਸਜ਼ਾਵਾਂ ਭੁਗਤਣੀਆਂ ਪੈਣਗੀਆਂ ਹਨ। ਆਪਸ ਮਹਿ ਵਿਚਾਰ ਠਹਿਰਾਈ, ਸਿਆਣੇ ਇਕੱਠੇ ਹੋ ਕਰਕੇ ਬੜੀਆਂ ਵਿਚਾਰਾਂ ਕਰਨ ਲੱਗ ਪਏ ਸੀ। 100 200 ਨਰ ਗੁਰ ਟਿਕ ਜਾਈ, 100 200 ਦੀ ਗਿਣਤੀ ਦੇ ਵਿੱਚ ਵੱਡੀਆਂ ਉਮਰਾਂ ਵਾਲੇ ਗੁਰ ਸਿੱਕੇ ਇਕੱਠੇ ਹੋ ਕੇ ਮਹਾਰਾਜ ਦੇ ਪਾਸ ਜਾਣਾ ਚਾਹੁੰਦੇ ਹਨ। ਪ੍ਰਭ ਕੋ ਮਿਲ ਐਸੇ ਸਮਝਾਵੇ, ਵੀ ਆਪਾਂ ਜਾ ਕਰਕੇ ਨਾ ਸਾਰੇ ਦਸ਼ਮੇਸ਼ ਪਿਤਾ ਨੂੰ ਦੋਵੇਂ ਹੱਥ ਜੋੜ ਕਰਕੇ ਇਉਂ ਸਮਝਾਉਣਾ ਹੈ। ਹੱਥ ਜੋੜ ਕਰ ਸੀਸ ਨਿਵਾਵੇ, ਪਹਿਲਾਂ ਤਾਂ ਸਤਿਗੁਰੂ ਜੀ ਨੂੰ ਦੋਵੇਂ ਹੱਥ ਜੋੜ ਕਰਕੇ ਜਾ ਕੇ ਚਰਨਾਂ 'ਤੇ ਮੱਥਾ ਟੇਕਾਂਗੇ। ਹੋਰ ਭਲੇ ਗੁਰਾਂ ਕੀ ਰੀਤ, ਇਹ ਗਰੀਬਨ ਵਾਸ ਸੱਚੇ ਪਾਤਸ਼ਾਹ, ਵੀ ਜੇ ਤਾਂ ਹੁਣ ਆਪ ਪਹਿਲੇ ਗੁਰੂਆਂ ਵਾਲੀ ਰੋ ਰੀਤੀ ਮਰਜ਼ਾਦਾ ਇਸ ਤਰ੍ਹਾਂ ਧਾਰਨ ਕਰਕੇ ਰੱਖੋਗੇ। ਜੇ ਤੁਮ ਧਾਰ ਹੋ ਤਿਰ ਕਰ ਚੀਤ, ਜੇ ਪਹਿਲੇ ਗੁਰੂਆਂ ਦੇ ਸਮਾਨ ਆਪਨੇ ਸ਼ਾਂਤ ਰੂਪ ਹੋ ਕਰਕੇ ਸੰਗਤਾਂ ਨੂੰ ਨਾਮ ਦਾ, ਬਾਣੀ ਦਾ, ਸੇਵਾ ਦਾ ਉਪਦੇਸ਼ ਕਰਨਾ ਹੈ। ਤੋ ਸਿੱਖੀ ਨਿਰਭੈ ਤੁਮਾਰੀ, ਵੀ ਫੇਰ ਤਾਂ ਅਸੀਂ ਆਪ ਦੀ ਜਿਹੜੀ ਸਿੱਖੀ ਜ਼ਰੂਰ ਨਿਭਾ ਸਕਦੇ ਹਾਂ, ਜੇ ਪਹਿਲੇ ਸਤਿਗੁਰਾਂ ਦੇ ਸਮਾਨ ਆਪੇ ਰੋ ਰੀਤੀ ਮਰਜ਼ਾਦਾ ਧਾਰਨ ਕਰ ਲਵੋਗੇ। ਦਇਆ ਧਰੋ ਗਤ ਕਰੋ ਹਮਾਰੀ, ਮਨ ਦੇ ਅੰਦਰ ਦਇਆ ਰਹਿਮ ਧਾਰਨ ਕਰਦੇ ਹੋਏ ਫਿਰ ਵੀ ਸਾਡੇ ਵਰਗੇ ਕਲਯੁਗੀ ਜੀਵਾਂ ਦੀ ਕਲਿਆਣ ਹੋ ਸਕਦੀ ਹੈ। ਜੇ ਤੁਰਕਨ ਕੀ ਸੰਗ ਬਖੀਰਾ, ਅਗਰ ਆਪਨੇ ਇਸ ਤਰ੍ਹਾਂ ਹਰ ਵਕਤ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਵੱਡੇ ਕਮਸਾਨ ਦੇ ਜੰਗ ਜੁੱਧ ਕਰਦੇ ਹੀ ਰਹਿਣਾ ਹੈ। ਦਿਨ ਪ੍ਰਤ ਕਰੋ ਜੰਗ ਵੱਡ ਚੀਰਾ, ਆ ਦੇਖੋ ਕਿਤਨੇ ਬਖਾਦ, ਕਿਤਨੇ ਝਗੜੇ ਝਾਟੇ ਆਪ ਜੀ ਦੇ ਇਹਨਾਂ ਤੁਰਕਾਂ ਮੁਗਲਾਂ ਦੇ ਨਾਲ ਵੱਧ ਚੁੱਕੇ ਹਨ। ਨਹਿ ਸਿੱਖੀ ਕੋ ਹੋਏ ਨਿਰਬਾਹੂ, ਮਹਾਰਾਜ ਫੇਰ ਤਾਂ ਆਪ ਦੀ ਜਿਹੜੀ ਸਿੱਖੀ ਸਾਥੋਂ ਕਦੇ ਵੀ ਨਿਭਾਈ ਨਹੀਂ ਜਾਏਗੀ। ਬਸੈ ਪ੍ਰਜਾ ਹੋਈ ਦੇਸ਼ਨ ਮਾਹੂ, ਹੁਣ ਅਸੀਂ ਵੀ ਬਾਦਸ਼ਾਹ ਔਰੰਗਜ਼ੇਬ ਦੀ ਪ੍ਰਜਾ ਬਣ ਕੇ ਆਪਣਾ ਜਿਹੜਾ ਜੀਵਨ ਬਤੀਤ ਕਰ ਰਹੇ ਹਾਂ। ਲੜਿਓ ਨਾ ਜਾਈ ਸ਼ਾਹੋ ਕੀ ਸੰਗ, ਮਹਾਰਾਜ ਸਾਥੋਂ ਤਾਂ ਹੋਣਾ ਇਕੱਠਿਆਂ ਹੋ ਕਰਕੇ ਕਦੇ ਵੀ ਹਿੰਦੁਸਤਾਨ ਦੇ ਮਾਲਕ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਲੜਿਆ ਨਹੀਂ ਜਾਏਗਾ। ਲੱਖੋਂ ਲਸ਼ਕਰ ਠਾਨਤ ਜੰਗ, ਦੇਖੋ ਜੁੱਧ ਕਰਦੇ ਪਤਾ ਨਹੀਂ ਕਿਤਨੇ ਯੋਧੇ ਸੂਰਮਿਆਂ ਮਿੱਟੀ ਦੇ ਵਿੱਚ ਮਿਲ ਚੁੱਕੇ ਹਨ। ਜੇ ਤੁਮ ਕਹੋ ਸਾਥ ਤੁਰਕਾਨੀ, ਜੇ ਆਪ ਕਹੋਗੇ ਵੀ ਸਾਡੇ ਤਾਂ ਹੁਣ ਲੜਾਈ ਝਗੜੇ ਇਤਨੇ ਤੁਰਕਾਂ ਮੁਗਲਾਂ ਦੇ ਨਾਲ ਵੱਧ ਚੁੱਕੇ ਹਨ ਵੀ ਇਹਨਾਂ ਦਾ ਨਵੇੜਾ
ਹੋਣਾ ਬੜਾ ਔਖਾ ਹੋ ਜਾਣਾ ਹੈ। ਹਮਰੀ ਝਗਰੀ ਪਰੀ ਮਹਾਨੀ, ਪਹਿਲਾਂ ਤੋਂ ਹੀ ਬੜੇ ਬੇਖਾਦ ਬੜੇ ਜਿਹੜੇ ਝਗੜੇ ਇਹਨਾਂ ਦੇ ਨਾਲ ਵੱਧ ਚੁੱਕੇ ਹਨ। ਤਉ ਹਮ ਦਿੱਲੀ ਪਹੁੰਚਹਿ ਸਾਰੀ, ਫਿਰ ਅਸੀਂ ਸਾਰੇ 100 200 ਪਿੰਡਾਂ 'ਚੋਂ ਜਿਹੜੇ ਨੰਬਰਦਾਰ ਨੇ ਪੰਚ ਇਕੱਠੇ ਹੋ ਕੇ ਦਿੱਲੀ ਸ਼ਹਿਰ ਦੇ ਵਿੱਚ ਪਹੁੰਚ ਜਾਵਾਂਗੇ। ਕਰਹਿ ਸੁਨਾਵਨ ਸਰਬ ਪ੍ਰਕਾਰੀ, ਜਿਹੜੀ ਸਾਰੀ ਸਚਾਈ ਅਸੀਂ ਜਾ ਕਰਕੇ ਨਾ ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਦੇਣੀ ਹੈ। ਭਲੀ ਭਾਂਤ ਹਮ ਲਿਹਿ ਨਿਬੀਰਾ, ਜਿਤਨੇ ਮਰਜੀ ਆਪ ਦੇ ਲੜਾਈ ਝਗੜੇ ਭਾਵੇਂ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਵੱਧ ਤਾਂ ਗਏ ਹਨ, ਪਰ ਫਿਰ ਵੀ ਅਸੀਂ ਇਹਨਾਂ ਦਾ ਜਿਵੇਂ ਹੋ ਸਕਿਆ ਨਵੇੜਾ ਕਰਵਾ ਦੇਣਾ ਹੈ। ਨਹੀਂ ਰਹਿਣ ਦੀਵੈ ਕੋ ਚੀਰਾ, ਇਹੋ ਜਿਹਾ ਕੋਈ ਵੀ ਬਾਕੀ ਝਗੜਾ ਝੇੜਾ ਰਹਿਣ ਨਹੀਂ ਦੇਵਾਂਗੇ। ਹਮਰੇ ਰਾਹੀਂ ਸਭ ਕਿਛ ਹੋਈ, ਵੀ ਸਾਡੇ ਰਾਹੀਂ ਆਪ ਜੀ ਦਾ ਜਿਹੜਾ ਮੇਲ ਮਿਲਾਪ ਸੁਤੇ ਸਿੱਧ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੀ ਹੋ ਸਕਦਾ ਹੈ। ਬਾਦ ਵਿਰੋਧ ਦੇਹਿੰਗੇ ਕੋਈ, ਇੱਕ ਵਾਰੀ ਦਿੱਲੀ ਸ਼ਹਿਰ ਚਲੇ ਗਏ ਔਰ ਜਿਹੜੇ ਬੈਰ ਵਿਰੋਧ ਲੜਾਈ ਝਗੜੇ ਅਸੀਂ ਨਾਲ ਦੀ ਨਾਲ ਹੀ ਖਤਮ ਕਰ ਦੇਣੇ ਹਨ। ਆਪ ਸੁਖੀ ਰਹੀ ਹੈ ਸਭ ਰੀਤ, ਇਹਦੇ ਨਾਲ ਆਪ ਵੀ ਬੜੇ ਸੁੱਖਾਂ ਦੇ ਨਾਲ ਰਹੋਗੇ। ਆ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਉਣ ਵਾਲੀਆਂ ਉਹਨਾਂ ਨੂੰ ਵੀ ਰਾਹ ਦੇ ਵਿੱਚ ਕੋਈ ਤੁਰਕ ਮੁਗਲ ਪਠਾਨ ਤੰਗ ਨਹੀਂ ਕਰੇਗਾ। ਨਿਰਬਾਹ ਹੋ ਸਿੱਖਨ ਕੀ ਪ੍ਰੀਤ, ਸੱਚੇ ਪਾਤਸ਼ਾਹ ਵੀ ਆਪ ਨੇ ਤਾਂ ਫਿਰ ਗੁਰ ਸਿੱਖਾਂ ਦੀ ਜਿਹੜੀ ਲਾਈ ਹੋਈ ਪ੍ਰੀਤੀ ਉਹ ਨਿਭਾਉਣੀ ਹੈ। ਹਮ ਸਿੱਖ ਹੋਈ ਤੁਮ ਗੁਰੂ ਬਨੀਜੈ, ਫਿਰ ਤਾਂ ਅਸੀਂ ਆਪ ਦੇ ਸਿੱਖ ਤੇ ਤੁਸੀਂ ਸਾਡੇ ਗੁਰੂ ਇਸੇ ਤਰ੍ਹਾਂ ਹੀ ਬਣੇ ਰਹੋਗੇ। ਰਸ ਤੁਰਕਨ ਕੀ ਸੰਗ ਰਖੀਜੈ, ਆਪ ਨੂੰ ਵੀ ਆਮ ਨਾ ਪਬਲਿਕ ਦੇ ਸਮਾਨ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਮੇਲ ਜੋਲ ਬਣਾ ਕਰਕੇ ਹੀ ਰੱਖਣਾ ਚਾਹੀਦਾ ਹੈ। ਨਤ ਹਮ ਸਿੱਖ ਨਾ ਤੁਮ ਗੁਰ ਹੋਈ, ਇਹ ਜਿਹੜੇ 100 200 ਇਕੱਠੇ ਹੋ ਕਰਕੇ ਪਹਿਲਾਂ ਹੀ ਆਪਣਾ ਮਤਾ ਪਕਾਉਣ ਲੱਗ ਪਏ ਵੀ ਨਹੀਂ ਤਾਂ ਫਿਰ ਆਪਾਂ ਦਸ਼ਮੇਸ਼ ਪਿਤਾ ਦੇ ਅੱਗੇ ਹੱਥ ਜੋੜ ਦੇਣੇ ਹਨ ਵੀ ਨਾ ਅਸੀਂ ਤੁਹਾਡੇ ਸੇਵਕ ਬਣੀਏ ਤੇ ਨਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂ ਰਹੋਗੇ। ਇਹੋ ਜਿਹੀਆਂ ਵਿਚਾਰਾਂ ਸਾਰੇ ਇਕੱਠੇ ਹੋ ਕੇ ਕਰਨ ਲੱਗ ਪਏ ਸੀ। ਵਿਗ੍ਰਹਿ ਬਾਤ ਲਖੋ ਦਿਸ਼ ਦੋਈ, ਸੱਚੇ ਪਾਤਸ਼ਾਹ ਵੀ ਦੋਵੇਂ ਪਾਸਿਆਂ ਤੋਂ ਦੇ ਲੋਏ ਕਿਤਨੇ ਵੱਡੇ ਵੱਡੇ ਵਿਗਾੜ ਵੱਧ ਚੁੱਕੇ ਹਨ। ਗ੍ਰਾਮਨ ਕੀ ਪੰਚਾਇਤ ਸਾਰੀ, ਜਿਹੜੇ ਵੀ ਲਾਹੌਰ ਸ਼ਹਿਰ ਦੇ ਆਲੇ ਦੁਆਲੇ ਚਾਹੇ ਕੋਈ ਪਿੰਡ ਹੈ ਜਾਂ ਨਗਰ ਹੈ, ਜਿੱਥੋਂ ਜਿੱਥੋਂ ਵੀ ਕੋਈ ਸਿਆਣਾ ਪਤਵੰਤਾ ਨੰਬਰਦਾਰ ਪੰਚ ਸਰਪੰਚ ਚੱਲ ਕਰਕੇ ਆਇਆ ਸੀ, ਇਸ ਪ੍ਰਕਾਰ ਕੀ ਮਸਲਤ ਧਾਰੀ, ਇਹਨਾਂ ਨੇ ਚੱਲਣ ਤੋਂ ਪਹਿਲਾਂ ਹੀ ਇਹ ਸਲਾਹ ਜਿਹੜੀ ਆਪਸ ਵਿੱਚ ਹੀ ਮਿਲ ਕਰਕੇ ਪੱਕੀ ਕਰ ਲਈ ਹੈ। ਪ੍ਰੇਮੀ ਸਿੱਖ ਹੋਏ ਤਬ ਤਿਆਰ, ਜਿਹੜੇ ਸੀ ਪ੍ਰੇਮ ਵਾਲੇ ਗੁਰ ਸਿੱਖੋ ਆਪੋ ਆਪਣੇ ਘਰਾਂ ਚੋਂ ਸਤਿਗੁਰੂ ਜੀ ਦੇ ਪਾਸ ਜਾਣ ਦੇ ਲਈ ਤਿਆਰ ਹੋ ਗਏ ਨੇ। ਗੁਰਸਨ ਮਿਲ ਵੀ ਇੱਛਾ ਧਾਰ, ਹੁਣ ਸਾਰਿਆਂ ਦੇ ਮਨ ਦੇ ਵਿੱਚ ਦਸ਼ਮੇਸ਼ ਪਿਤਾ ਨੂੰ ਮਿਲਣ ਦੀ ਇੱਛਾ ਵੀ ਮਨ ਦੇ ਅੰਦਰ ਪੈਦਾ ਹੋ ਗਈ ਹੈ। ਗ੍ਰਾਮ ਗ੍ਰਾਮ ਤੇ ਇੱਕ ਨਰ ਔਰ, ਇਹਨਾਂ ਨੇ ਇੱਕ ਇੱਕ ਪਿੰਡ ਜਾਂ ਨਗਰ ਚੋਂ ਜਿਹੜਾ ਸੀ ਸਾਰਿਆਂ ਦਾ ਮੁਖੀ ਉਹ ਆਪਣੇ ਨਾਲ ਲੈ ਲਿਆ ਸੀ। ਚੱਲਣ ਹੀ ਤਾਂ ਮਿਲ ਕਰ ਤਿਸ ਠੌਰ, ਹੁਣ ਉੱਥੋਂ ਹੀ ਅੱਗੇ ਫਿਰ ਸਤਿਗੁਰੂ ਜੀ ਨੂੰ ਜੰਗਲ ਦੇ ਇਲਾਕੇ ਦੇ ਵਿੱਚ ਜਾ ਕਰਕੇ ਮਿਲਣਾ ਚਾਹੁੰਦੇ ਸਨ। ਭਾਈ ਸਨਦ ਬੱਧ ਤਬ ਸਾਰੀ, ਸਾਰਿਆਂ ਨੇ ਆਪੋ ਆਪਣੀਆਂ ਜਿਹੜੀਆਂ ਤਿਆਰੀਆਂ ਕਰ ਲੀਆਂ ਵੀ ਜਿੱਥੇ ਪਤਾ ਲੱਗੂ ਉੱਥੇ ਜਾ ਕਰਕੇ ਆਪਾਂ ਨੇ ਸਤਿਗੁਰੂ ਜੀ ਦਾ
ਦਰਸ਼ਨ ਕਰ ਲੈਣੇ ਹਨ। ਸ੍ਰੀ ਸਤਿਗੁਰ ਕੀ ਔਰ ਪਧਾਰੀ। ਇੱਥੋਂ ਹੀ 200 ਦੀ ਗਿਣਤੀ 'ਚ ਜਿਹੜੇ ਗੁਰ ਸਿੱਖ ਇਕੱਠੇ ਹੋ ਕਰਕੇ ਚੱਲ ਪਏ ਸਨ। ਗ੍ਰਾਮ ਹਰੀ ਕੇ ਪਤਨ ਆਈ। ਜਦੋਂ ਚਲਦਿਆਂ ਉਹ ਜਿੱਥੇ ਹਰੀ ਕਾ ਪੱਤਣ ਪਿੰਡ ਪੈਂਦਾ ਹੈ, ਇੱਥੇ ਹੀ ਫਿਰ ਜਿਹੜੇ ਦੋ ਦਰਿਆ ਵੀ ਆ ਕਰਕੇ ਮਿਲਦੇ ਹਨ। ਸਲਤਾ ਦੁਨ ਹੋਂ ਤਰ ਹਰ ਖਾਈ। ਇਹ ਦੋਵੇਂ ਦਰਿਆ ਕਰਕੇ ਪਾਰ ਸਾਰੇ ਪ੍ਰੇਮੀ ਮਨ ਦੇ ਵਿੱਚ ਬੜੇ ਪ੍ਰਸੰਨ ਹੋ ਗਏ ਹਨ। ਗੁਰ ਕੀ ਸੁਧ ਸੁਨ ਕਰ ਸਭ ਤਬੈ। ਪਰ ਜਦੋਂ ਇਹਨਾਂ ਨੂੰ ਵੀ ਇਹ ਖਬਰ ਸਤਿਗੁਰੂ ਜੀ ਦੀ ਰਾਹ ਦੇ ਵਿੱਚ ਹੀ ਪ੍ਰਾਪਤ ਹੋ ਗਈ ਹੈ, ਦੀਨੇ ਗ੍ਰਾਮ ਤਿਆਗ ਕਰ ਅਬੈ। ਐਸ ਵਕਤ ਦੀਨ ਦੁਨੀਆ ਦੇ ਮਾਲਕ ਦੀਨੇ ਪਿੰਡ ਨੂੰ ਛੱਡ ਕਰਕੇ ਅੱਗੇ ਜੰਗਲ ਦੇ ਇਲਾਕੇ ਦੇ ਵਿੱਚ ਚਲੇ ਗਏ ਹਨ। ਖਿਦਰਾਣੀ ਸਰ ਕੀ ਦਿਸ਼ ਆਈ। ਸਤਿਗੁਰੂ ਜੀ ਨੇ ਆਪਣਾ ਜਿਹੜਾ ਰੁੱਖ ਐਸ ਟਾਈਮ 'ਤੇ ਉਹ ਜਿਹੜੀ ਹੈ ਨਾ ਖਿਦਰਾਣੇ ਦੀ ਢਾਬ ਉਹਦੇ ਵੱਲ ਕੀਤਾ ਹੋਇਆ ਹੈ। ਸੁਣਤ ਸਿੰਘ ਹਰਕਤ ਇਤ ਧਾਈ। ਸੋਹਣਾ ਕਰਕੇ ਇਹਨਾਂ ਦੇ ਮਨ ਦੇ ਵਿੱਚ ਬੜਾ ਚਾਅ ਪੈਦਾ ਹੋ ਗਿਆ ਸੀ। ਰਮਿਆਣੇ ਤੀ ਕਰ ਗੁਰ ਕੋਚ। ਉਧਰ ਦਸ਼ਮੇਸ਼ ਪਿਤਾ ਰਾਮਿਆਣੇ ਪਿੰਡ ਤੋਂ ਆਪਣਾ ਜਿਹੜਾ ਡੇਰਾ ਕੂਚ ਕਰਕੇ ਅੱਗੇ ਨੂੰ ਚੱਲ ਪਏ ਸੀ। ਕੀਤਕੀ ਅੱਗੇ ਉਲੰਘ ਪਹੁੰਚ। ਜਦੋਂ ਥੋੜਾ ਜਿਹਾ ਪਿੰਡ ਮਹਾਰਾਜ ਨੇ ਤੈਅ ਕੀਤਾ ਸੀ, ਜਾਟ ਬੜਿੰਗ ਜੁਗਰਾਜ ਨਾਮ ਤਿਹੀ। ਇੱਕ ਜੋਗਰਾਜ ਨਾਮ ਦਾ ਜਿਹੜਾ ਬੜਿੰਗ ਜੱਟ ਰਾਹ ਦੇ ਵਿੱਚ ਜਦੋਂ ਸਤਿਗੁਰੂ ਜੀ ਦੇ ਨਾਲ ਮਿਲਿਆ ਸੀ। ਖਰੋ ਹੁਤੋ ਗੁਰ ਪੰਥ ਜਾਤ ਜਿਹੇ। ਹੁਣ ਇਹ ਜਿਹੜਾ ਬੜਿੰਗ ਨਾਮ ਦਾ ਜੋਗਰਾਜ ਜੱਟ ਸਤਿਗੁਰੂ ਜੀ ਦੇ ਨਾਲ ਰਾਹ ਦੇ ਵਿੱਚ ਜਦੋਂ ਖੜਿਆ, ਉਹ ਸਮੇਂ ਇਹਨੂੰ ਦੇ ਕਰਕੇ ਜੋਧੇ ਸੂਰਮੇ ਕਹਿਣ ਲੱਗੇ ਸੀ। ਤਿਸ ਬਿਲੋਕ ਸਿੱਖ ਬਾਕ ਉਚਾਰਾ। ਇੱਕ ਪ੍ਰੇਮੀ ਨੇ ਜਾ ਕਰਕੇ ਜੋਗਰਾਜ ਜੱਟ ਦੇ ਪਾਸ ਸਾਰੀ ਗੱਲਬਾਤ ਕੀਤੀ ਸੀ। ਸੁਨੋ ਚੌਧਰੀ ਸ਼ਰਬਨ ਮਝਾਰਾ। ਕਹਿ ਲੱਗਾ ਚੌਧਰੀ ਸਾਹਿਬ, ਆ ਜਿਹੜੀ ਸਾਡੀ ਗੱਲ ਜਰਾ ਧਿਆਨ ਦੇ ਨਾਲ ਤੈਂ ਸੁਣਨੀ ਹੈ। ਗਨ ਮੁਸਲਨ ਕੋ ਲਸ਼ਕਰ ਆਵੇ। ਵੀ ਦੇਖ ਸਤਿਗੁਰੂ ਜੀ ਦਾ ਪਿੱਛਾ ਕਰਦੀ ਹੋਈ ਬਹੁਤ ਸਾਰੀ ਆ ਜਿਹੜੀ ਤੁਰਕਾਂ ਦੀ ਫੌਜ ਚੜੀ ਆ ਰਹੀ ਹੈ। ਜੇ ਤੁਝ ਬੂਝਤ ਅਗਰ ਸਿਧਾਵੇ। ਜੇ ਤੈਨੂੰ ਕਿਤੇ ਰਾਹ ਦੇ ਵਿੱਚ ਆ ਕਰਕੇ ਪੁੱਛਣ ਲੱਗੇ ਵੀ ਤੈਂ ਕਿਤੇ ਇੱਧਰ ਗੁਰੂ ਜੀ ਨੂੰ ਜੰਗਲਾਂ ਦੇ ਵਿੱਚ ਜਾਂਦਾ ਹੋਇਆ ਦੇਖਿਆ ਤਾਂ ਨਹੀਂ, ਤੈਂ ਉਸ ਸਮੇਂ ਆਪਣੇ ਵੱਲੋਂ ਉਹਨਾਂ ਨੂੰ ਜਵਾਬ ਦੇ ਦੇਣਾ ਹੈ। ਗਏ ਅਗਾਰੀ ਗੁਰ ਹਿਤ ਦਿਸ਼ ਕੋ। ਹੁਣ ਤੇਰੇ ਕੋਲ ਦੀ ਸਤਿਗੁਰੂ ਜੀ ਤਾਂ ਆਪਣੇ ਜੋਧੇ ਸੂਰਮਿਆਂ ਦੇ ਸਮੇਤ ਅੱਗੇ ਨੂੰ ਲੰਘਣ ਲੱਗੇ ਹਨ। ਤਉ ਨਾ ਬਤਾਵਨ ਕਰੀ ਹੈ ਕਿਸ ਕੋ। ਇੱਕ ਗੁਰ ਸਿੱਖ ਨੇ ਇਸ ਜੋਗਰਾਜ ਜੱਟ ਨੂੰ ਨੇੜੇ ਹੋ ਕਰਕੇ ਗੱਲ ਸਮਝਾਤੀ ਵੀ ਜੇ ਪੁੱਛਿਆ ਵੀ ਤਾਂ ਫਿਰ ਵੀ ਕੋਈ ਆਪਣੇ ਵੱਲੋਂ ਸਤਿਗੁਰੂ ਜੀ ਦੀ ਉਹਨਾਂ ਦੇ ਪਾਸ ਗੱਲਬਾਤ ਨਹੀਂ ਕਰਨੀ ਹੈ। ਸੁਣਤ ਜਾਟ ਬੋਲਿਓ ਮੁਖ ਤਬੈ। ਉਹ ਸਮੇਂ ਸੁਣ ਕਰਕੇ ਜਿਹੜਾ ਸੀ ਜੋਗਰਾਜ ਜੱਟ ਆਪਣੇ ਵੱਲੋਂ ਕਹਿਣ ਲੱਗਿਆ, ਮੋਕਹ ਬੁਝ ਹੈ ਮੁਸਲੀ ਜਬੈ। ਵੀ ਜੈ ਕਰ ਮੁਸਲੇ ਆ ਕਰਕੇ ਮੈਨੂੰ ਪੁੱਛਣ ਵੀ ਲੱਗੇ ਵੀ ਤੈਂ ਇੱਧਰ ਰਾਹ ਦੇ ਵਿੱਚ ਕਿਤੇ ਗੁਰੂ ਜੀ ਨੂੰ ਜਾਂਦਿਆਂ ਹੋਇਆ ਦੇਖਿਆ ਤਾਂ ਨਹੀਂ ਹੈ। ਨਹੀਂ ਬਤਾਵਨ ਕੋ ਕਿਮ ਕਰ ਹੋਂ। ਮੈਂ ਕੋਈ ਵੀ ਜਿਹੜੀ ਖਬਰ ਸਾਰ ਗੁਰੂ ਜੀ ਦੀ ਉਹਨਾਂ ਮੁਸਲਿਆਂ ਦੇ ਪਾਸ ਨਹੀਂ ਕਰਾਂਗਾ। ਮੈਂ ਕਿਆ ਜਾਨੋ ਤਿਨਹੁ ਉਚਰ ਹੋਂ। ਮੈਂ ਉਹਨਾਂ ਨੂੰ ਜਵਾਬ ਦੇ ਦੂੰ, ਮੈਨੂੰ ਕੀ ਪਤਾ ਹੈ ਗੁਰੂ ਜੀ ਕਿਹੜੇ ਰਸਤੇ ਜਾਂ ਕਿਸ ਦਿਸ਼ਾ ਦੇ ਵੱਲ ਗਏ ਹਨ। ਇਮ ਕਹਿ ਸਿੱਖ ਗੁਰ ਸੰਗ ਸਿਧਾਰੀ। ਇਉਂ ਜੋਗਰਾਜ ਜੱਟ ਨੂੰ ਸਮਝਾ ਕੇ ਜਿਹੜੇ ਨੂੰ ਗੁਰੂ ਕੇ ਪਿਆਰੇ ਉਹ ਤਾਂ ਸਤਿਗੁਰੂ ਜੀ ਦੇ ਨਾਲ ਅੱਗੇ ਫਿਰ
ਖਿਦਰਾਣੇ ਦੀ ਢਾਬ ਦੇ ਵੱਲ ਚੱਲ ਪਏ ਸਨ। ਚਲੀ ਗਈ ਉਦਿਆਨ ਅਗਾਰੀ, ਜਦੋਂ ਚਲਦਿਆਂ ਅੱਗੇ ਬਹੁਤ ਵੱਡੀਆਂ ਵੱਡੀਆਂ ਰੋਈਆਂ ਬਿਆਬਾਨ ਆ ਗਏ ਸਨ। ਬਹੁਤ ਦੂਰ ਪਹੁੰਚੇ ਜਬ ਜਾਈ, ਜਦੋਂ ਸਤਿਗੁਰੂ ਜੀ ਚਲਦਿਆਂ ਬੜੀ ਲੰਮੇ ਦੌਰ ਲੰਘ ਗਏ ਸਨ। ਪੀਛੇ ਮਿਲਿਓ ਏਕ ਸਿੱਖ ਆਈ, ਉਹ ਸਮੇਂ ਪਿੱਛੋਂ ਆਉਂਦਾ ਹੋਇਆ ਇੱਕ ਹੋਰ ਗੋਰਾ ਸਿੱਖ ਸਤਿਗੁਰੂ ਜੀ ਦੇ ਜੋਦੇ ਸੂਰਮਿਆਂ ਨੂੰ ਜਦੋਂ ਨਾਲ ਆ ਕਰਕੇ ਮਿਲਿਆ ਸੀ। ਤਿੰਨ ਸਗਰੀ ਸੁਧ ਆਨ ਸੁਨਾਈ, ਹੁਣ ਉਹਨੇ ਜੋਗਰਾਜ ਜੱਟ ਦੀ ਸਾਰੀ ਗੱਲਬਾਤ ਆ ਕੇ ਖਾਲਸੇ ਦੇ ਪਾਸ ਦੱਸ ਦਿੱਤੀ ਹੈ। ਦੇਖੋ ਕਹਾਂ ਸੈਨ ਰਿਪਾਈ, ਜਦੋਂ ਵਜੀਦੇ ਦੀ ਫੌਜ ਉਹ ਵੀ ਮਾਰੋ ਮਾਰ ਕਰਦੀ ਹੋਈ ਰਾਹ ਦੇ ਵਿੱਚੋਂ ਦੀ ਜਾ ਰਹੀ ਸੀ। ਜਾਟ ਕਰੋ ਜੁਗਰਾਜ ਬਤਾਵਤ, ਕਹਿ ਲੱਗਿਆ ਸੱਚੇ ਪਾਤਸ਼ਾਹ ਜਿਹੜਾ ਜੋਗਰਾਜ ਜੱਟ ਰਾਹ ਦੇ ਵਿੱਚ ਮਿਲਿਆ ਉਹਨੇ ਤਾਂ ਸਮੇਂ ਆਪ ਖੜਿਆ ਹੋ ਕੇ ਵਜੀਦੇ ਦੀ ਸੈਨਾ ਨੂੰ ਦੱਸਿਆ ਵੀ ਐਸ ਦਿਸ਼ਾ ਦੇ ਵੱਲ ਗੁਰੂ ਜੀ ਅਜੇ ਥੋੜਾ ਟਾਈਮ ਪਹਿਲਾਂ ਆਪਣੇ ਜੋਧੇ ਸੂਰਮਿਆਂ ਦੇ ਸਮੇਤ ਲੰਘੇ ਹਨ। ਆਗੇ ਸਤਿਗੁਰ ਇਤ ਕਉ ਜਾਵਤ, ਉਹਨੇ ਸਾਰੀ ਜਿਹੜੀ ਖਬਰ ਸ਼ਾਹੀ ਫੌਜਾਂ ਨੂੰ ਆਪਣੇ ਵੱਲੋਂ ਦੱਸ ਦਿੱਤੀ ਹੈ। ਤਿੰਨ ਸੰਗੀ ਸਿੱਖ ਮੋਹਿ ਹਟਾਇਓ, ਕਹਿ ਲੱਗਿਆ ਵੀ ਜਿਹੜੇ ਨਾ ਗੁਰੂ ਜੀ ਦੇ ਨਾਲ ਜਾਣ ਵਾਲੇ ਗੁਰ ਸਿੱਖ ਉਹਨਾਂ ਨੇ ਤਾਂ ਭਾਵੇਂ ਮੈਨੂੰ ਇਹ ਗੱਲੋਂ ਰੋਕਿਆ ਸੀ, ਅਗਰ ਵੀ ਜਾਏ ਤੁਰਕਾਂ ਮੁਗਲਾਂ ਪਠਾਨਾਂ ਦੀ ਫੌਜ ਆ ਵੀ ਗਈ ਤਾਂ ਵੀ ਤੈਂ ਗੁਰੂ ਜੀ ਦੀ ਕੋਈ ਵੀ ਗੱਲਬਾਤ ਉਹਨਾਂ ਦੇ ਪਾਸ ਨਹੀਂ ਦੱਸਣੀ ਹੈ। ਇਤ ਗੁਰ ਗਈ ਨਾ ਦੇਹੋ ਬਤਾਇਓ, ਵੀ ਤੈਂ ਦੱਸਣਾ ਨਹੀਂ ਵੀ ਗੁਰੂ ਜੀ ਇਸ ਰਸਤੇ ਅੱਗੇ ਜੰਗਲਾਂ ਦੇ ਵੱਲ ਜਾ ਰਹੇ ਹਨ। ਮੁਸਲਨ ਕੋ ਲਸ਼ਕਰ ਇਤ ਆਵੇ, ਵੀ ਜਦੋਂ ਤੁਰਕਾਂ ਮੁਗਲਾਂ ਪਠਾਨਾਂ ਦੀ ਬੜੀ ਸੈਨਾ ਚੜ੍ਹ ਕੇ ਹੁਣ ਇਸ ਰਸਤੇ ਥਾਈ ਅੱਗੇ ਨੂੰ ਆ ਰਹੀ ਹੈ। ਭੌਂਕ ਚੌਂਕ ਆਪੇ ਚੱਲ ਜਾਵੇ, ਵੀ ਜੇ ਉਹਨਾਂ ਨੂੰ ਕੋਈ ਖਬਰ ਸਾਰ ਨਾ ਮਿਲੀ ਆਪ ਹੀ ਉਹਨਾਂ ਨੇ ਤੱਕੇ ਖਾ ਖੂ ਕੇ ਜੰਗਲਾਂ ਦੇ ਵਿੱਚੋਂ ਵਾਪਸ ਮੁੜ ਜਾਣਾ ਹੈ। ਇਮ ਤਿਸਨੇ ਸਭ ਬਾਤ ਬਤਾਈ, ਪਰ ਜੋਗਰਾਜ ਜੱਟ ਨੇ ਤਾਂ ਮਹਾਰਾਜ ਦੀ ਸਾਰੀ ਗੱਲਬਾਤ ਆਪ ਪਾਸ ਖੜਿਆ ਹੋ ਕਰਕੇ ਉਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੂੰ ਦੱਸੀ ਹੈ। ਸੁਨ ਸ਼੍ਰੀ ਪ੍ਰਭ ਕਹਿ ਤਿਹ ਨਾ ਪਚਾਈ, ਉਸ ਸਮੇਂ ਦਸ਼ਮੇਸ਼ ਪਿਤਾ ਨੇ ਵੀ ਇਹ ਵਚਨ ਜਦੋਂ ਕੰਨਾਂ ਦੇ ਨਾਲ ਸੁਣ ਲਏ ਸਨ। ਸੁਨ ਸ਼੍ਰੀ ਪ੍ਰਭ ਕਹਿ ਤਿਹ ਨਾ ਪਚਾਈ, ਸਤਿਗੁਰੂ ਜੀ ਕਹਿ ਲੱਗੇ ਵੀ ਉਹ ਜਿਹੜਾ ਚੌਧਰੀ ਜੋਗਰਾਜ ਜੱਟ ਮਾੜੀ ਜੀ ਵੀ ਗੱਲ ਆਪਣੇ ਅੰਦਰ ਪਛਾ ਨਹੀਂ ਸਕਿਆ ਹੈ। ਕੁਲ ਜੁਤ ਅਪਰ ਅਪਰ ਮਰ ਜੈ ਹੈ, ਹੁਣ ਉਹਦੀ ਕੁਲ ਦੇ ਵਿੱਚ ਜਿਹੜੀ ਇਹੋ ਜੀ ਫਾਰੇ ਦੀ ਬਿਮਾਰੀ ਪੈ ਜੂ ਵੀ ਜਿਹੜਾ ਪੈਦਾ ਹੋ ਗਿਆ ਉਹਨੇ ਫਿਰ ਆਫਰ ਕਰਕੇ ਹੀ ਮਰਨਾ ਹੈ। ਮਹਾਰਾਜ ਕਹਿਣ ਲੱਗੇ ਵੀ ਮਾੜੀ ਜੀ ਗੱਲ ਵੀ ਉਹਦੇ ਅੰਦਰ ਨਹੀਂ ਪਚੀ, ਇਹ ਤਾਂ ਉਹਨੇ ਫਾਰੇ ਦੇ ਸਮਾਨ ਬੜੀ ਮਾੜੀ ਗੱਲ ਕਰ ਦਿੱਤੀ ਹੈ। ਇਸ ਕਾਰਨ ਤੇ ਮ੍ਰਿਤ ਕੋ ਪੈ ਹੈ, ਉਹ ਫਿਰ ਇਹੋ ਜਿਹੇ ਅਫਰੇਮੇ ਦੇ ਨਾਲ ਹੀ ਉਹਦੀ ਜਿਹੜੀ ਮੌਤ ਹੋਣੀ ਹੈ, ਜਿਹੜਾ ਮਾੜੀ ਜੀ ਗੱਲ ਆਪਣੇ ਅੰਦਰ ਨਹੀਂ ਪਹੁੰਚਾ ਸਕਿਆ ਹੈ। ਗੁਰਬਚ ਤੀਸੋ ਆਫਰ ਮਰਿਓ, ਜਦੋਂ ਸਤਿਗੁਰੂ ਜੀ ਨੇ ਕੀਤਾ ਵਚਨ ਜੋਗਰਾਜ ਜੱਟ ਦੀ ਮੌਤ ਵੀ ਉਹ ਫਰੇਮੇ ਦੇ ਨਾਲ ਹੋਈ ਸੀ। ਅਬਲੋ ਤਿਹ ਕੁਲ ਸੁਨਬੋ ਕਰਿਓ, ਵੀ ਹੁਣ ਤੱਕ ਇਹ ਗੱਲ ਸੁਣਨ ਦੇ ਵਿੱਚ ਆਉਂਦੀ ਹੈ ਵੀ ਜਿਹੜੇ ਵਚਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੇ ਉਹਦੀ ਕੁੱਲ ਦੇ ਵਿੱਚ ਬਹੁਤਿਆਂ ਦੀ ਜਿਹੜੀ ਮੌਤ ਤਕਰੀਬਨ ਉਹ ਫਾਰੇ ਦੇ ਨਾਲ ਹੀ ਅਖੀਰ ਦੇ ਟਾਈਮ ਤੇ ਹੁੰਦੀ ਹੈ। ਜਬ ਤਿਨ ਕੀ ਮ੍ਰਿਤ ਹੋਈ ਨਿਰਾਈ, ਜਦੋਂ ਵੀ ਪਰਿਵਾਰ ਦੇ ਮੈਂਬਰ ਦੀ ਕਿਤੇ ਮੌਤ ਨੇੜੇ ਪਹੁੰਚ ਜਾਂਦੀ ਹੈ ਅਪਰੈ 3 ਦਿਵਸ ਮਰ ਜਾਈ, ਬਸ ਉਹ ਤਿੰਨ ਕੁ ਦਿਨ
ਆਫਰ ਕਰਕੇ ਹੀ ਮਾਰਾ ਜਾਂਦੇ ਹਨ। ਅਬਰੀ ਜਰ ਹੈ ਚਿਖਾ ਕੀ ਬੀਚ, ਆ ਫਾਰੇ ਦੇ ਸਹਿਤ ਹੀ ਉਹ ਫਿਰ ਜਾ ਕਰਕੇ ਚਿਖਾ ਦੇ ਵਿੱਚ ਸੜਦੇ ਹਨ। ਲੀਨੋ ਸਰਾਪ ਬਾਦ ਹੀ ਨੀਚ, ਐਸ ਨੀਚ ਪਾਪੀ ਨੇ ਐਵੇਂ ਇਹੋ ਜੀ ਸਤਿਗੁਰੂ ਜੀ ਦੀ ਜਿਹੜੀ ਨਾਰਾਜ਼ਗੀ ਪ੍ਰਾਪਤ ਕਰ ਲਈ ਸੀ। ਚਲੀ ਜਾਤ ਸਤਿਗੁਰੂ ਅਗਾਰੀ, ਸਤਿਗੁਰੂ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਆਪਣੀ ਮੌਤ ਦੇ ਵਿੱਚ ਅੱਗੇ ਤੋਂ ਅੱਗੇ ਖਦਰਾਣੇ ਦੀ ਢਾਬ ਦੇ ਵੱਲ ਜਾ ਰਹੇ ਹਨ। ਪੀਲੁਨ ਤਰ ਕਰੀਰ ਜਹ ਭਾਰੀ, ਹੁਣ ਜਿੱਥੇ ਰੋਈਆਂ ਬਿਆਵਾਨਾਂ ਚ ਪੀਲੂਆਂ ਦੇ ਜਾਂ ਫਿਰ ਵੱਡੇ ਵੱਡੇ ਕੁਰੀਰਾਂ ਦੇ ਦਰਖਤ ਆਮ ਤੌਰ ਤੇ ਹੀ ਖੜੇ ਹੁੰਦੇ ਸਨ। ਏਕ ਗ੍ਰਾਮ ਆਇਓ ਪੁਨ ਔਰ, ਜਦੋਂ ਚਲਦਿਆਂ ਇੱਕ ਰਾਹ ਦੇ ਵਿੱਚ ਹੋਰ ਪਿੰਡ ਆਇਆ ਸੀ। ਰੂਪਾ ਖੱਤਰੀ ਬਸ ਤਿਸ ਠੌਰ, ਇਸ ਦੇ ਵਿੱਚ ਇੱਕ ਰੂਪਾ ਖੱਤਰੀ ਬੜੇ ਲੰਮੇ ਸਮੇਂ ਤੋਂ ਬਸਣ ਵਾਲਾ ਸੀ। ਮਿਲਿਓ ਏਕ ਗੁੜ ਰੋੜੀ ਲੈ ਕੇ, ਇੱਕ ਗੁੜ ਦੀ ਜਿਹੜੀ ਰੋੜੀ ਲੈ ਕੇ ਸਤਿਗੁਰੂ ਜੀ ਨੂੰ ਆ ਕਰਕੇ ਮਿਲਿਆ ਸੀ। ਬੰਧਨ ਕਰੀ ਥਿਰਿਓ ਅਬ ਗਏ ਕੇ, ਜਦੋਂ ਰੂਪੇ ਖੱਤਰੀ ਨੇ ਆ ਕਰਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਗੁਰ ਬਿਲੋਕ ਬੋਲੇ ਤਿਸ ਬੀਰਾ, ਹੁਣ ਸਤਿਗੁਰੂ ਜੀ ਇਹਦੀ ਪਰਖ ਕਰਨ ਵਾਸਤੇ ਉਸ ਸਮੇਂ ਆਪਣੇ ਵੱਲੋਂ ਇਹ ਬਚਨ ਕਹਿਣ ਲੱਗੇ ਪਏ ਸਨ। ਕਹੋ ਰੂਪਾ ਕਹੀਏ ਇਤ ਡੇਰਾ, ਕਹਿਣ ਲੱਗੇ ਮਹਾਰਾਜ ਇਹ ਭਾਈ ਰੂਪਾ ਜੀ ਅਸੀਂ ਤੇਰੇ ਪਿੰਡ ਦੇ ਵਿੱਚ ਡੇਰਾ ਲਗਾ ਕੇ ਕੁਝ ਕੁ ਟਾਈਮ ਕੱਟਣਾ ਚਾਹੁੰਦੇ ਹਾਂ। ਲਰਹ ਤੁਰਕ ਸੋ ਇਤ ਥਲ ਤਿਰੈ, ਪਿੱਛੇ ਫੌਜਾਂ ਰਹੀਆਂ ਨੇ, ਪਰ ਅਸੀਂ ਉਹਨਾਂ ਦੇ ਨਾਲ ਫਿਰ ਇੱਥੇ ਠਹਿਰ ਕਰਕੇ ਨਾ ਬਹੁਤ ਵੱਡਾ ਘਮਸਾਨ ਦਾ ਯੁੱਧ ਕਰਨਾ ਚਾਹੁੰਦੇ ਹਾਂ। ਆਬਤ ਰਿਪਨਾ ਪ੍ਰਾਨ ਕੋ ਹਰੈ, ਆ ਜਿਹੜੇ ਦੋਟ ਪਾਪੀ ਸਾਡੇ ਉੱਪਰ ਚੜ੍ਹੇ ਆ ਰਹੇ ਨੇ ਉਹਨਾਂ ਦਾ ਫਿਰ ਇੱਥੇ ਤੇਰੇ ਪਿੰਡ ਦੇ ਵਿੱਚ ਹੀ ਨਾਸ ਕਰ ਦੇਣਾ ਹੈ। ਸੁਨ ਬੋਲਿਓ ਨਹਿ ਪੁਜਹਿ ਡੇਰਾ, ਇਹ ਸੁਣ ਕਰਕੇ ਰੂਪਾ ਖੱਤਰੀ ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਮੈਂ ਤਾਂ ਆਪ ਦੇ ਪਿੰਡ ਦੇ ਵਿੱਚ ਕਿਵੇਂ ਡੇਰਾ ਕਰਵਾ ਸਕਦਾ ਹਾਂ। ਤੁਮਰੋ ਤੁਰਕਨ ਸੰਗ ਬਖੇਰਾ, ਦੇਖੋ ਤੁਹਾਡਾ ਕਿਤਨਾ ਬਖੇੜਾ ਤੁਰਕਾ ਮੁਗਲਾ ਪਠਾਣਾ ਦੇ ਨਾਲ ਪਿਆ ਹੋਇਆ ਹੈ। ਲਸ਼ਕਰ ਆਈ ਪਕੜ ਕਰ ਲੀਹੀ, ਜੈ ਕਿਤੇ ਸ਼ਾਹੀ ਲਸ਼ਕਰ ਚੜ੍ਹ ਕੇ ਆ ਗਿਆ। ਆਉਣ ਸਾਰ ਫਿਰ ਉਹਨਾਂ ਨੇ ਮੇਰੀਆਂ ਹੀ ਮੁਸ਼ਕਾਂ ਬੰਨਣੀਆਂ ਹਨ। ਸੰਤਤ ਸਹਿਤ ਸਜਾਈ ਸੋਧੀ, ਜੇ ਪਤਾ ਲੱਗ ਗਿਆ ਉਹਨਾਂ ਨੂੰ ਵੀ ਰੂਪੇ ਖੱਤਰੀ ਨੇ ਜਾਣ ਬੁੱਝ ਕੇ ਗੁਰੂ ਜੀ ਦਾ ਜਿਹੜਾ ਡੇਰਾ ਆਪਣੇ ਪਿੰਡ ਦੇ ਵਿੱਚ ਕਰਵਾਇਆ। ਗ੍ਰਾਮ ਉਜਾਰ ਹੈ ਲੁੱਟ ਹੈ ਸਾਰਾ, ਮਹਾਰਾਜ ਆਉਣ ਸਾਰ ਤੁਰਕਾ ਮੁਗਲਾ ਪਠਾਣਾ ਨੇ ਆ ਮੇਰਾ ਜਿਹੜਾ ਨਗਰ ਲੁੱਟ ਕਰਕੇ ਨਾ ਬਰਬਾਦ ਕਰ ਦੇਣਾ ਹੈ। ਤੁਮ ਉਤਰੀ ਤੀ ਇਤਕ ਬਿਗਾਰਾ, ਜੇ ਆਪ ਕਿਤੇ ਇੱਥੇ ਡੇਰਾ ਲਗਾ ਕੇ ਬੈਠ ਗਏ ਦੇ ਲਓ ਫਿਰ ਨਗਰ ਦੇ ਵਿੱਚ ਕਿਤਨਾ ਵੱਡਾ ਬੇਖਾਦ ਕਿਤਨੇ ਵੱਡੇ ਵੱਡੇ ਜਿਹੜੇ ਵਿਗਾੜ ਪੈਦਾ ਹੋ ਜਾਣੇ ਹਨ। ਸੁਨ ਗੁਰ ਕਹਿਓ ਨਹੀਂ ਤੂੰ ਰਹੈ, ਸੁਣ ਕਰਕੇ ਸਤਿਗੁਰੂ ਜੀ ਨੇ ਸੁਤੇ ਸਿੱਧ ਬਚਨ ਕੀਤਾ ਵੀ ਨਾ ਤਾਂ ਤੂੰ ਰਹੇਗਾ ਨਾ ਤੇਰਾ ਪਿੰਡ ਵੀ ਬਾਕੀ ਨਹੀਂ ਬਸੇਗਾ। ਸੰਤਤ ਤੋਹੀ ਬਿਨਾਸ਼ੀ ਲਹੈ, ਹੁਣ ਜਿਨ੍ਹਾਂ ਦਾ ਤੂੰ ਆਪਣੇ ਵੱਲੋਂ ਨਾਸ ਨਹੀਂ ਕਰਵਾਉਣਾ ਚਾਹੁੰਦਾ ਹੈ। ਉਜਰਹਿ ਗ੍ਰਾਮ ਬਸਹਿ ਬਹੁ ਬਾਰੀ, ਆ ਜਿਹੜਾ ਤੇਰਾ ਪਿੰਡ ਕਈ ਵਾਰੀ ਉਜੜ ਕਰਕੇ ਦੁਬਾਰਾ ਫੇਰ ਬਸੂਗਾ। ਦਿਓ ਸਰਾਪ ਇਮ ਦਾਰੁਨ ਭਾਰੀ, ਇਹੋ ਜਿਹਾ ਗਮੇ ਬਚਨ ਸਤਿਗੁਰੂ ਜੀ ਨੇ ਇਸ ਰੂਪੇ ਖੱਤਰੀ ਨੂੰ ਆਪਣੇ ਵੱਲੋਂ ਕੀਤੇ ਸੀ। ਤਬ ਕੋ ਗ੍ਰਾਮ ਬਸਿਓ ਬਹੁ ਬਾਰੀ, ਕਵੀ ਜੀ ਕਹਿੰਦੇ ਨੇ ਵੀ ਉਸ ਟਾਈਮ ਤੋਂ ਬਾਅਦ ਇਹ ਜਿਹੜਾ ਨਗਰ ਕਈ ਵਾਰੀ ਬਸਿਆ ਤੇ ਕਈ ਵਾਰੀ
ਉਜੜ ਵੀ ਚੁੱਕਿਆ ਹੈ। ਉਜਰਹਿ ਬਾਰ ਬਾਰ ਸੁਖ ਟਾਰੀ। ਥੋੜੇ ਟਾਈਮ ਦੇ ਬਾਅਦ ਕਦੇ ਉਜੜ ਜਾਂਦਾ ਹੈ, ਕਦੇ ਲੋਕ ਫੇਰ ਆ ਕੇ ਬਸਣ ਲੱਗ ਜਾਂਦੇ ਹਨ। ਸੰਤਤ ਸਹਿਤ ਸੋ ਖੱਤਰੀ ਮਰਿਓ। ਤੈਂ ਪਾ ਕੇ ਜਿਹੜਾ ਸੀ ਰੂਪਾ ਖੱਤਰੀ ਆਪਣੀ ਸੰਤਾਨ ਦੇ ਸਹਿਤ ਹੀ ਨਾਸ ਹੋ ਗਿਆ ਸੀ। ਮੋਲ ਟਾਸ ਸਗਰੋ ਪਰ ਹਰਿਓ। ਹੁਣ ਜਿਸ ਨੇ ਆਪਣਾ ਮੋਲ ਵੀ ਟਾਹਣੇ ਟਾਹਣੀਆਂ ਇਹ ਸਾਰੇ ਹੀ ਖਤਮ ਕਰ ਲਏ ਹਨ। 30 ਬਰਸ ਕੋ ਉਜਰਿਓ ਪਰਿਓ। ਕਵੀ ਜੀ ਕਹਿੰਦੇ ਨੇ ਵੀ ਇਹ ਜਿਹੜਾ ਪਿੰਡ 30 ਸਾਲ ਤੋਂ ਉਸੇ ਤਰ੍ਹਾਂ ਰੋਈਆਂ ਬਿਆਵਾਨਾਂ ਦੇ ਸਮਾਨ ਉਜੜਿਆ ਪਿਆ ਹੈ। ਸੋ ਅਬ ਬਸਿਓ ਸਰਬਨ ਹਮ ਕਰਿਓ। ਸਰਵਨ ਹਮ ਕਰਿਓ। ਇਹ ਜਿਹੜੀ ਹਕੀਕਤ ਕਵੀ ਜੀ ਨੇ ਆਪਣੇ ਕੰਨਾਂ ਦੇ ਨਾਲ ਸੁਣੀ ਸਿਆਣੇ ਲੋਕਾਂ ਤੋਂ ਵੀ ਇਹ ਜਿਹੜਾ ਨਗਰ 30 ਸਾਲ ਤੋਂ ਬਾਅਦ ਫੇਰ ਕਿਤੇ ਹੋਂਦ ਦੇ ਵਿੱਚ ਆਇਆ ਸੀ। ਹੁਣ ਜਿਸ ਪ੍ਰਕਾਰ ਮਾਝੇ ਦੇ ਪੰਚਾਂ ਸਰਪੰਚਾਂ ਨੇ ਮਹਾਰਾਜ ਦੇ ਪਾਸ ਪਹੁੰਚਣਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੈ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਸਰਾਪ ਕੇ ਬਾਰ ਸਤਿਗੁਰ ਜਬ ਕਰੈ। ਤਤ ਛਿਨ ਹੋਤ ਨਿਮਕ ਨਹਿ ਟਰੈ। ਸਰਾਪ ਕੇ ਬਾਰ ਸਤਿਗੁਰ ਜਬ ਕਰੈ। ਤਤ ਛਿਨ ਹੋਤ ਨਿਮਕ ਨਹਿ ਟਰੈ। ਏ ਚੁੱਤ ਹੈ ਪਾਰ ਬ੍ਰਹਮਾ ਅਬਨਾਸੀ ਅਬਨਾਸੀ ਅਗਨਾਸ।